ਸਤਿ ਸ਼੍ਰੀ ਅਕਾਲ ਜੀ। ਅੱਜ ਇਸ ਵੀਡੀਓ ਵਿੱਚ ਮੈਂ ਜਵਾਬ ਦੇਣ ਜਾ ਰਿਹਾ ਉਹ ਸਵਾਲ ਦਾ ਜਿਹੜਾ ਹਰੇਕ ਸਟੈਨੋਗ੍ਰਾਫਰ ਦੇ ਦਿਮਾਗ 'ਚ ਚੱਲਦਾ ਹੀ ਰਹਿੰਦਾ ਆ ਵੀ ਪੋਸਟਾਂ ਕਦੋਂ ਆਉਣਗੀਆਂ। ਡੇਲੀ ਪਤਾ ਨਹੀਂ ਕਿੰਨੇ ਕੁ ਮੈਨੂੰ ਕਮੈਂਟ ਮੇਰੇ WhatsApp ਤੇ ਆਉਂਦੇ, Facebook ਤੇ ਆਉਂਦੇ ਜਾਂ YouTube ਤੇ ਸਟੂਡੈਂਟ ਕਮੈਂਟ ਕਰਦੇ ਰਹਿੰਦੇ ਵੀ ਕਦੋਂ ਪੋਸਟਾਂ ਆ ਰਹੀਆਂ, ਕੀ ਬਣੇਗਾ। ਤੇ ਇਸ ਵੀਡੀਓ ਦਾ ਜਵਾਬ ਜਿਹੜਾ ਇਸ ਕੁਐਸਚਨ ਦਾ ਜਵਾਬ ਮੈਂ ਬਹੁਤ ਚਿਰ ਪਹਿਲਾਂ ਜਦੋਂ ਆਪਣਾ ਧਰਨਾ ਚੱਲਦਾ ਪਿਆ ਸੀ, 2 ਮਹੀਨੇ ਲਗਾਤਾਰ ਧਰਨਾ ਚੱਲਿਆ, ਉਹ ਜੋ ਡੇਲੀ ਵੀਡੀਓ ਪੈਂਦੀ ਸੀਗੀ, ਡੇਲੀ ਮੋਟੀਵੇਟ ਕਰਦੇ ਸੀ ਸਟੂਡੈਂਟਾਂ ਨੂੰ ਪਹੁੰਚੋ ਉਸ ਧਰਨੇ ਵਿੱਚ, ਡੇਲੀ ਡਰਾਉਂਦੇ ਵੀ ਸੀ, ਧਮਕਾਉਂਦੇ ਵੀ ਸੀ, ਮਿੰਨਤਾਂ ਵੀ ਕਰਦੇ ਸੀਗੇ, ਪਰ ਸਟੂਡੈਂਟ ਨੇ ਉਦੋਂ ਉਸ ਚੀਜ਼ ਨੂੰ ਸੀਰੀਅਸ ਨਹੀਂ ਲਿਆ। ਸਟੂਡੈਂਟ ਨੂੰ ਲੱਗਦਾ ਸੀ ਵੀ ਇਹ ਬੰਦੇ ਬੈਠੇ ਆ 200-300 ਇਹ ਆਪੇ ਪੋਸਟਾਂ ਕਢਾਈ ਲੈਣੀ, ਸਾਨੂੰ ਜਾਣ ਦੀ ਲੋੜ ਕੀ ਆ। ਸਟਰੈਂਥ ਘੱਟ ਹੋਣ ਕਰਕੇ, ਯੂਨਿਟੀ ਘੱਟ ਹੋਣ ਕਰਕੇ, ਸਹੀ ਡਿਸੀਜਨ ਨਾ ਲੈਣ ਕਰਕੇ, ਕੋਈ ਪ੍ਰੋਪਰ ਪਲੈਨਿੰਗ ਨਾ ਹੋਣ ਕਰਕੇ ਉਹ ਧਰਨਾ ਆਪਣਾ ਫੇਲ ਹੋ ਗਿਆ। ਉਹ 60 ਦਿਨ ਵੇਸਟ ਚਲੇ ਗਏ। ਸਰਕਾਰ ਦੇਖਦੀ ਹੈ ਵੀ ਕਿੰਨੀ ਕੁ ਲੋਕਾਂ ਨੂੰ ਲੋੜ ਹੈਗੀ, ਕਿੰਨੀ ਕੁ ਸਾਡੀ ਵੋਟ ਹੈਗੀ ਆ, ਉਹਦੇ ਅਕੋਰਡਿੰਗ ਸਰਕਾਰ ਨੇ ਐਕਸ਼ਨ ਲੈਣਾ ਹੁੰਦਾ। ਜਿਵੇਂ ਵੀ ਹੁਣ ਟੀਚਰਾਂ ਨੇ ਆਪਦੇ ਪ੍ਰੋਟੈਸਟ ਕਰਕੇ ਪੋਸਟਾਂ ਆਪਦੀਆਂ ਕਢਾਈਆਂ ਹੈਗੀਆਂ, ਜੋਬ ਤੇ ਜੁਆਇਨ ਵੀ ਹੋਏ ਆ, ਲਗਾਤਾਰ ਧਰਨੇ ਹਰੇਕ ਥਾਂ ਚੱਲੇ ਜਾਂਦੇ ਆ। ਉਹ ਧਰਨੇ ਜਿਹੜੇ ਕਾਮਯਾਬ ਹੋਏ, ਜੇ ਕਿਸਾਨ ਵੀ ਕਾਮਯਾਬ ਹੋਏ ਆ, ਇੱਕ ਪਲੈਨਿੰਗ ਨਾਲ ਚੱਲੇ ਆ, ਇੱਕ ਉਹਨਾਂ 'ਚ ਸਟਰੈਂਥ ਸੀ, ਉਹਨਾਂ 'ਚ ਏਕਤਾ ਸੀਗੀ, ਪ੍ਰੋਪਰ ਪਲੈਨਿੰਗ ਕਰਕੇ ਉਹਨਾਂ ਨੇ ਆਪਦੇ ਧਰਨੇ ਨੂੰ, ਉਸ ਪ੍ਰੋਟੈਸਟ ਨੂੰ ਸਕਸੈਸ ਕੀਤਾ ਆ। ਆਪਣੇ ਵਿੱਚ ਜਿਹੜੇ ਸੀ ਬੱਚੇ, ਇੱਕ ਤਾਂ ਹੈ ਬੇਰੁਜ਼ਗਾਰ, ਪੈਸੇ ਦੀ ਕਮੀ ਕਰਕੇ, ਟਾਈਮ ਦੀ ਕਮੀ ਕਰਕੇ, ਜਾਂ ਘਰੇਲੂ ਪ੍ਰੋਬਲਮਾਂ ਕਰਕੇ, ਕੋਈ ਬਹੁਤ ਮੈਰਿਡ ਕੁੜੀਆਂ ਹੈਗੀਆਂ ਜਾਂ ਬੰਦੇ ਜਿੰਨੇ ਵੀ ਸਟੈਨੋ ਕਰਦੇ ਆ ਬੱਚੇ, ਜਾਂ ਕੋਈ ਪ੍ਰਾਈਵੇਟ ਜੋਬ ਕਰਦੇ ਆ, ਕੋਈ ਘਰੇਲੂ ਪ੍ਰੋਬਲਮ ਕਰਕੇ ਉਸ ਧਰਨੇ ਵਿੱਚ ਸ਼ਾਮਲ ਨਹੀਂ ਹੋ ਸਕੇ। ਫਾਈਨੈਂਸ਼ੀਅਲੀ ਕੰਡੀਸ਼ਨ, ਕਿਉਂਕਿ ਬੱਚੇ ਸਾਰੇ ਪੜ੍ਹਨ ਵਾਲੇ, ਪੈਸਾ ਕਿਸੇ ਕੋਲ ਨਹੀਂ ਸੀਗਾ, ਇਸ ਕਰਕੇ ਬੱਚਿਆਂ ਦੀ ਵੀ ਮਜਬੂਰੀ ਸੀ, ਘਰੇਲੂ ਮਜਬੂਰੀਆਂ ਵੀ ਸੀ, ਉਸ ਧਰਨੇ ਵਿੱਚ ਸ਼ਾਮਲ ਨਹੀਂ ਹੋ ਸਕੇ। ਇਸ ਕਰਕੇ ਉਹ ਧਰਨਾ ਆਪਣਾ ਜਿਹੜਾ ਉਹ 60 ਦਿਨ ਉਹ ਵੇਸਟ ਹੋਏ ਆ। ਕੋਸ਼ਿਸ਼ ਬਹੁਤ ਕੀਤੀ, ਕਮੇਟੀ ਮੈਂਬਰਾਂ ਨੇ ਵੀ ਸਾਰੇ ਪਾਸੇ ਮੰਗ ਪੱਤਰ ਦਿੰਦੇ ਰਹੇ ਆ, ਪ੍ਰੋਟੈਸਟ ਕਰਦੇ ਨੇ, ਰੌਲਾ ਪੈਂਦਾ ਰਿਹਾ, ਪਰ ਉਸ ਤਰ੍ਹਾਂ ਦਾ ਰਿਜ਼ਲਟ ਜਿਹੜਾ ਆਪਾਂ ਨੂੰ ਮਿਲਣਾ ਚਾਹੀਦਾ ਸੀਗਾ ਉਹ ਇਸ ਕਰਕੇ ਨਹੀਂ ਮਿਲਿਆ ਵੀ ਸਰਕਾਰ ਨੂੰ ਦਿਸਿਆ ਨਹੀਂ ਹੈਗਾ ਵੀ ਇਹ ਬੰਦੇ ਕਿੰਨੇ ਕੁ ਲੋਕਾਂ ਨੂੰ ਇਹਨਾਂ ਦੀ ਲੋੜ ਹੈਗੀ ਆ, ਵੀ ਸਟੈਂਡ ਦੀ ਪੋਸਟਾਂ ਕੱਢਣ ਦੀ ਲੋੜ ਹੈ ਕਿ ਨਹੀਂ ਹੈ, ਵੀ ਕਿੰਨੇ ਕੁ ਮੰਗਣ ਵਾਲੇ ਹੈਗੇ, ਕਿੰਨੇ ਕੁ ਆਪਾਂ ਨੂੰ ਵੋਟਾਂ ਇੱਥੋਂ ਮਿਲਣਗੀਆਂ। ਸਟਰੈਂਥ ਘੱਟ ਹੋਣ ਕਰਕੇ, ਏਕਤਾ ਘੱਟ ਹੋਣ ਕਰਕੇ, ਤੇ ਆਪਣੀ ਵੀ ਜਿਹੜੀ ਜੋ ਪਲੈਨਿੰਗ ਦੀ ਕਮੀ ਕਰਕੇ, ਫਾਈਨੈਂਸ਼ੀਅਲ ਦੀ ਵੀ ਪ੍ਰੋਬਲਮ ਸੀਗੀ, ਤੇ ਉਹਦੇ ਵਿੱਚ ਆਪਾਂ ਜਿਹੜਾ ਧਰਨਾ ਲਾਇਆ ਸੀ ਪਹਿਲੇ ਦਿਨ ਤੋਂ ਗੱਲ ਚੱਲਦੀ ਸੀ, ਜਦੋਂ ਸਟਾਰਟ ਹੀ ਹੋਇਆ ਪਲਾਨ ਚੱਲਦਾ ਪਿਆ ਸੀ ਧਰਨਾ ਲਾਉਣਾ ਕਿੱਥੇ ਆ, ਪਟਿਆਲੇ ਲਾਉਣਾ ਕਿ ਮੋਹਾਲੀ ਲਾਉਣਾ, ਉਹਦੇ ਵਿੱਚ ਆਪਣੀ ਪ੍ਰੋਬਲਮ ਆਈ ਆ। ਉੱਥੋਂ ਫਿਰ ਐਸਐਸ ਬੋਰਡ ਦੇ ਮੈਂਬਰ ਵੀ ਸਾਨੂੰ ਕਹਿੰਦੇ ਰਹੇ, ਅੰਦਰੋਂ ਵੀ ਸਟਾਫ ਦੇ ਮੈਂਬਰ ਆਉਂਦੇ ਸੀ ਵੀ ਇੱਥੇ ਬਹਿਣ ਦਾ ਕੋਈ ਫਾਇਦਾ ਨਹੀਂ ਸੀ, ਅਸੀਂ ਤਾਂ ਆਪ ਸਟਾਫ ਦੇ ਮੈਂਬਰ ਆ, ਅਸੀਂ ਵੀ ਸਰਕਾਰ ਦੇ ਅੰਡਰ ਹੈਗੇ ਆ, ਵੀ ਸਾਨੂੰ ਤੁਸੀਂ ਤੰਗ ਨਾ ਕਰੋ, ਇੱਥੇ ਤੁਹਾਡਾ ਕੋਈ ਹੱਲ ਨਹੀਂ ਹੋਣਾ। ਉਸ ਧਰਨੇ ਨੂੰ ਕਿਤੇ ਹੋਰ ਸ਼ਿਫਟ ਨਹੀਂ ਕੀਤਾ, ਸਗੋਂ 60 ਦਿਨ ਉੱਥੇ ਵੇਸਟ ਕੀਤੇ ਗਏ। ਇਸ ਕਰਕੇ ਆਪਣਾ ਧਰਨਾ ਇਹ ਕਾਮਯਾਬ ਨਹੀਂ ਹੋ ਸਕਿਆ। ਜੇ ਉਹ ਕਿਤੇ ਆਪਣੇ ਰੈਜ਼ੀਡੈਂਸ ਤੇ ਸ਼ਿਫਟ ਕੀਤਾ ਜਾਂਦਾ, ਕਾਂਗਰਸ ਭਵਨ ਦੇ ਬਾਹਰ ਸ਼ਿਫਟ ਕੀਤਾ ਜਾਂਦਾ, CM ਦੀ ਰੈਜ਼ੀਡੈਂਸ ਤੇ ਸ਼ਿਫਟ ਕੀਤਾ ਜਾਂਦਾ, ਕੁਛ ਨਵਾਂ ਕੀਤਾ ਜਾਂਦਾ, ਸ਼ਾਇਦ ਉਹ 'ਚ ਕੁਛ ਬਣ ਜਾਣਾ ਸੀਗਾ। ਇਸ ਕਰਕੇ ਉਹ ਧਰਨਾ ਆਪਣਾ ਉਹ ਸਾਰਾ ਟਾਈਮ ਬੱਚਿਆਂ ਦਾ ਵੇਸਟ ਆ, ਵਾਰੀ ਵਾਰ ਜਾਂਦੇ ਰਹੇ, ਪੈਸਾ ਵੇਸਟ ਕਰਦੇ ਰਹੇ, ਤੇ ਬੱਚੇ ਵੀ ਉਸੇ ਤੋਂ ਡੀਮੋਟੀਵੇਟ ਹੋ ਕੇ ਸਾਰੇ ਘਰੇ ਬਹਿ ਗਏ। ਇਸ ਕਰਕੇ ਜਦੋਂ 60 ਦਿਨ ਲਗਾਤਾਰ, ਇੰਨਾ ਲਗਾਤਾਰ ਬੰਦਾ ਕੋਈ ਰਹਿ ਨਹੀਂ ਸਕਦਾ, ਠੀਕ ਹੈ। ਹਰੇਕ ਬੰਦਾ ਉਹਦਾ ਪੈਸਾ ਵੇਸਟ ਕਰਕੇ ਜਾਂ ਕੰਮ ਛੱਡ ਕੇ ਨਹੀਂ ਡੇਲੀ ਜਾ ਸਕਦਾ ਸੀਗਾ। ਇਸ ਕਰਕੇ ਆਪਣਾ ਧਰਨਾ ਉਹ ਕਾਮਯਾਬ ਨਹੀਂ ਹੋਇਆ। ਪਹਿਲੇ ਉਹ 'ਚ ਕਮੀ ਜਿਹੜੀ ਸੀ ਉਹ ਯੂਨਿਟੀ ਦੀ ਸੀਗੀ, ਸਟਰੈਂਥ ਦੀ ਸੀਗੀ। ਸਟਰੈਂਥ ਘੱਟ ਕਰਕੇ ਆਪਣੇ ਕਮੇਟੀ ਮੈਂਬਰ ਵੀ ਅੱਕ ਹਾਰ ਕੇ ਵੀ ਆਪਦੇ ਕੋਲ ਕਿੱਥੋਂ ਪੈਸਾ ਲਾਉਣ, ਜਾਂ ਡੇਲੀ ਉਹ ਕਿੱਥੋਂ ਜਾਂਦੇ ਰਹਿਣ, ਉਹਨਾਂ ਨੇ ਉਹ ਧਰਨਾ ਚੱਕ ਦਿੱਤਾ। ਇਸ ਗੱਲ ਦਾ ਜਵਾਬ ਮੈਂ ਬਹੁਤ ਚਿਰ ਪਹਿਲਾਂ ਦੇ ਚੁੱਕਿਆ ਸੀ ਵੀ ਜੇ ਆਪਣਾ ਯੂਨਿਟੀ ਨਾ ਬਣੀ, ਲਗਾਤਾਰ ਧਰਨਾ ਨਾ ਚੱਲਿਆ, ਪ੍ਰੋਟੈਸਟ ਨਾ ਕੀਤਾ, ਰੌਲਾ ਨਾ ਪਾਇਆ, ਸਾਰੇ ਨਾ ਪਹੁੰਚੇ, ਤਾਂ ਪੋਸਟਾਂ ਆਪਣੀਆਂ ਨਹੀਂ ਆਉਣੀਆਂ। ਉੱਥੇ ਜਦੋਂ ਬੱਚੇ 20 ਬੈਠੇ ਆ, 20-25 ਬੈਠੇ, ਕੀ ਉਹ ਉੱਥੇ ਆਪਣਾ ਯੂਨਿਟੀ ਬਣਨੀ ਸੀ, ਕੀ ਸਰਕਾਰ ਨੂੰ ਦੱਸਣਾ ਸੀ ਵੀ ਕਿੰਨੇ ਕੁ ਬੰਦੇ ਹੈਗੇ, ਕੀ ਪ੍ਰੈਸ਼ਰ ਸਰਕਾਰ ਤੇ ਪੈਣਾ ਸੀਗਾ। ਇਸ ਕਰਕੇ ਉਸ ਧਰਨੇ ਦਾ ਕੋਈ ਫਾਇਦਾ ਨਹੀਂ ਹੋਇਆ। ਕਲੈਰੀਕਲ ਦੀਆਂ ਪੋਸਟਾਂ ਆਉਣੀਆਂ ਸੀਗੀਆਂ, ਇਸ ਕਰਕੇ ਅਸੀਂ ਕਲੈਰੀਕਲ ਦਾ ਨਾਮ ਉਸ ਧਰਨੇ ਵਿੱਚ ਲਿਆ ਹੀ ਨਹੀਂ ਵੀ ਸਾਨੂੰ ਕਲੈਰੀਕਲ ਦੀਆਂ ਪੋਸਟਾਂ ਦੇ ਦਿਓ। ਸਟੂਡੈਂਟ ਬਹੁਤ ਕਮੈਂਟ ਕਰਦੇ ਸੀ ਸਾਡਾ ਨਾਮ ਤੁਸੀਂ ਕਿਉਂ ਨਹੀਂ ਲੈਂਦੇ, ਅਸੀਂ ਕਲੈਰੀਕਲ ਦੀਆਂ ਪੋਸਟਾਂ ਵਾਸਤੇ ਤਿਆਰੀ ਕਰਦੇ ਪਏ ਆ। ਨਾ ਤਾਂ ਕਲੈਰੀਕਲ ਵਾਲਾ ਬੰਦਾ ਕੋਈ ਉੱਥੇ ਪਹੁੰਚਦਾ ਸੀਗਾ, ਤੇ ਨਾ ਅਸੀਂ ਨਾਮ ਲਿਆ ਸੀਗਾ। ਅਸੀਂ ਨਾਮ ਸਿਰਫ ਲੈ ਰਹੇ ਸੀਗੇ ਸਟੈਨੋਗ੍ਰਾਫੀ ਪੰਜਾਬੀ ਦੀਆਂ ਪੋਸਟਾਂ ਦਾ। ਸਾਨੂੰ ਪਤਾ ਸੀ ਵੀ ਸਰਕਾਰ ਇਸੇ ਨੂੰ ਪਿੱਛੇ ਰੱਖੂਗੀ, ਇਹਦੀ ਪੋਸਟਾਂ ਨਹੀਂ ਕੱਢੇਗੀ, ਅਸੀਂ ਇਹਦੇ ਨਾਮ ਤਾਂ ਹੀ ਲਿਆ ਸੀ। ਇਸ ਕਰਕੇ ਉਹ ਸਾਰੀ ਗਲਤੀਆਂ ਹੋਈਆਂ, ਸਾਰਿਆਂ ਸਾਡੇ ਤੋਂ ਵੀ ਹੋਈਆਂ, ਕਮੇਟੀ ਮੈਂਬਰਾਂ ਤੋਂ ਵੀ ਹੋਈਆਂ, ਬੱਚਿਆਂ ਤੋਂ ਵੀ ਹੋਈਆਂ, ਜਿਹੜੇ ਬੱਚੇ ਨਹੀਂ ਬਾਹਰ ਨਿਕਲੇ, ਤੇ ਇਸ ਕਰਕੇ ਇਹ ਆਪਣੀ ਪੋਸਟਾਂ ਲੇਟ ਹੋ ਗਈਆਂ। ਗਵਰਨਮੈਂਟ ਨੇ ਪ੍ਰੈਸ਼ਰ ਸਟਾਰਟਿੰਗ ਦੇ ਬਣਿਆ ਸੀਗਾ, ਉਸ ਕਰਕੇ ਸਰਕਾਰ ਨੇ ਅਖਬਾਰ 'ਚ ਵੀ ਦਿੱਤਾ, ਪ੍ਰੈਸ ਨੋਟ ਵੀ ਕੱਢਿਆ ਹੈਗਾ ਵੀ ਤੁਹਾਡੀ ਪੋਸਟਾਂ ਕੱਢਾਂਗੇ। ਉਹਨਾਂ ਸਾਰੇ ਸਟੂਡੈਂਟ ਆਪਦਾ ਘਰੋਂ ਘਰੀ ਬਹਿ ਗਏ, ਤੇ ਹਰੇਕ ਕਿਸੇ ਦਾ ਦਿਲ ਨਹੀਂ ਕੀਤਾ ਜਾਈਏ ਬਾਹਰ। ਇਸ ਕਰਕੇ ਉਹ ਸਾਰਾ ਆਪਣਾ ਧਰਨਾ ਫਲੋਪ ਚਲਾ ਗਿਆ, ਟਾਈਮ ਵੇਸਟ ਹੋ ਗਿਆ, ਗਲਤੀਆਂ ਸਾਰਿਆਂ ਤੋਂ ਹੋਈਆਂ। ਇਸ ਕਰਕੇ ਬਸ ਉਹ ਜਵਾਬ ਪਹਿਲਾਂ ਦੇ ਚੁੱਕੇ ਸੀ ਵੀ ਜੇ ਆਪਾਂ ਨਾ ਪਹੁੰਚੇ, ਨਾ ਇਕੱਠੇ ਹੋਏ, ਤੇ ਆਪਾਂ ਨੂੰ ਸਿਰਫ ਨੋਟੀਫਿਕੇਸ਼ਨ ਮਿਲੇਗਾ। ਗਵਰਨਮੈਂਟ ਕੋਲ ਹੁਣ 1.5 ਮਹੀਨਾ ਪਿਆ ਆ, ਪੂਰਾ ਦਸੰਬਰ ਪਿਆ ਹੈਗਾ, ਜਨਵਰੀ ਪੂਰੀ ਪਈ ਹੈਗੀ, 2 ਮਹੀਨੇ ਦੇ ਵਿੱਚ ਆਪਾਂ ਨੂੰ ਨੋਟੀਫਿਕੇਸ਼ਨ ਮਿਲੇਗਾ। ਨੋਟੀਫਿਕੇਸ਼ਨ ਤਾਂ ਮਿਲਣਾ ਹੀ ਮਿਲਣਾ, ਅਖਬਾਰ 'ਚ ਗਵਰਨਮੈਂਟ ਨੇ ਕੱਢਤਾ ਆ, ਨੋਟੀਫਿਕੇਸ਼ਨ ਦੇਣਗੇ, ਫਾਰਮ ਭਰਾ ਸਕਦੇ ਆ, ਪੇਪਰ ਜਿਹੜਾ ਹੋਊਗਾ ਉਹ ਅਗਲੀਆਂ ਸਰਕਾਰਾਂ ਲੈਣਗੀਆਂ। ਉਹ ਅਗਲੀ ਸਰਕਾਰ ਹੁਣ ਕਿਹੜੀ ਆਉਂਦੀ ਹੈ ਉਹਦੀ
ਮਰਜ਼ੀ ਆ, ਲਵੇ ਨਾ ਲਵੇ ਉਹ ਧਰਨੇ ਲਾ ਕੇ ਦੁਬਾਰਾ ਵੀ ਫਿਰ ਪੇਪਰ ਦੇਣੇ ਪੈਣਗੇ। ਉਹ ਪਹਿਲਾਂ ਸਾਰੀਆਂ ਗੱਲਾਂ ਮੈਂ ਕੀਤੀਆਂ ਹੋਈਆਂ, ਇਸ ਕਰਕੇ ਇਸ ਮੈਂ ਕੁਐਸਚਨ ਦਾ ਜਵਾਬ ਨਹੀਂ ਦਿੰਦਾ ਸੀਗਾ ਵੀ ਸਟੂਡੈਂਟ ਹੈਗੇ ਉਹ ਡੀਮੋਟੀਵੇਟ ਨਾ ਹੋਣਾ। ਪਰ ਜਿਹੜਾ ਕਲੀਅਰਲੀ ਇਹ ਹੈਗਾ ਵੀ ਨਾ ਤਾਂ ਯੂਨਿਟੀ ਸੀਗੀ, ਇਸ ਕਰਕੇ ਪੋਸਟਾਂ ਨਹੀਂ ਆਈਆਂ, ਨਾ ਸਟਰੈਂਥ ਸੀ, ਇਸ ਕਰਕੇ ਪੋਸਟਾਂ ਨਹੀਂ ਆਈਆਂ। ਤੇ ਹੁਣ ਭੁਗਤਣ ਲਈ ਸਾਰੇ ਜਣੇ ਵੀ ਭਾਵੇਂ ਧਰਨੇ ਤੇ ਗਏ ਆ ਭਾਵੇਂ ਨਹੀਂ ਗਏ ਆ, ਉਹ ਭੁਗਤਣ ਲਈ ਹੁਣ ਪੂਰਾ ਪੰਜਾਬ ਹੀ ਤਿਆਰ ਰਵੇ। ਛੱਡ ਤੁਸੀਂ ਸਕਦੇ ਨਹੀਂ, ਇਹ ਸ਼ਾਰਟ ਇਸ ਤਰ੍ਹਾਂ ਦੀ ਪੜ੍ਹਾਈ ਹੈ ਜਿਹਨੂੰ ਛੱਡ ਕੇ ਆਪਾਂ ਕਿਸੇ ਹੋਰ ਲਾਈਨ ਦੇ ਵਿੱਚ ਸਕਸੈਸ ਨਹੀਂ ਹੋ ਸਕਦੇ। ਇਸ ਕਰਕੇ ਤੁਹਾਨੂੰ ਇਸੇ ਨੂੰ ਕੰਟੀਨਿਊ ਕਰਨਾ ਪੈਣਾ। ਜਦੋਂ ਨੋਟੀਫਿਕੇਸ਼ਨ ਆ ਗਿਆ ਫਾਰਮ ਭਰ ਕੇ ਉਸ ਤੋਂ ਬਾਅਦ ਤੁਸੀਂ ਤੁਹਾਡੀ ਮਰਜ਼ੀ ਹੋਊਗੀ ਤੁਸੀਂ ਕੰਟੀਨਿਊ ਕਰਨਾ ਕਿ ਨਹੀਂ ਕਰਨਾ ਹੈਗਾ, ਕਿਉਂਕਿ ਅਸੀਂ ਸਟੂਡੈਂਟ ਡੇਲੀ ਤਿਆਰ ਕਰ ਰਹੇ ਹਾਂ। ਨਵੇਂ ਸਟੂਡੈਂਟ ਵੀ ਆ ਰਹੇ, ਪੁਰਾਣੇ ਵੀ ਜਿਹੜੇ ਉਹ ਚੱਲਦੇ ਰਹਿਣਗੇ। ਇਹ ਖੂਨ ਦੇ ਵਿੱਚ ਰਚ ਚੁੱਕੀ, ਹੱਡਾਂ 'ਚ ਰਚ ਚੁੱਕੀ ਹੈ, ਇਹਨੂੰ ਹੁਣ ਛੱਡ ਨਹੀਂ ਸਕਦੇ। ਸਕਸੈਸ ਇਸੇ 'ਚ ਹੀ ਮਿਲਣੀ ਆ ਤੇ ਕੰਟੀਨਿਊ ਨੂੰ ਕਰਨਾ ਪੈਣਾ। ਨੋਟੀਫਿਕੇਸ਼ਨ ਆ ਜਾਏਗਾ, ਸਰਕਾਰ ਕੋਲ ਬਹੁਤ ਟਾਈਮ ਹੈਗਾ। ਜੇ ਅਖਬਾਰ 'ਚ ਸਰਕਾਰ ਨੇ ਦਿੱਤਾ ਨੋਟੀਫਿਕੇਸ਼ਨ, ਹੁਣ ਨਵੇਂ ਆਪਣੇ ਚੇਅਰਮੈਨ ਬਣ ਚੁੱਕੇ ਆ, ਨਵੇਂ ਡਿਸੀਜਨ ਆਉਣਗੇ, ਪੋਸਟਾਂ ਜਲਦੀ ਆ ਜਾਣਗੀਆਂ, ਨੋਟੀਫਿਕੇਸ਼ਨ ਆ ਜਾਏਗਾ। ਪਰ ਇਹਨਾਂ ਸਾਰੇ ਬੰਦੇ ਦਾ ਪ੍ਰੋਸੈਸ ਪੂਰਾ ਕਰ ਸਕੇ ਗੌਰਮੈਂਟ ਕੋਲ ਇੰਨੀ ਆਪਣੀ ਗੌਰਮੈਂਟ ਫਾਸਟ ਨਹੀਂ ਹੈਗੀ। 2-2 ਸਾਲ ਦੀਆਂ ਪਹਿਲਾਂ ਦੀਆਂ ਭਰਤੀਆਂ ਕੱਢੀਆਂ ਹੋਈਆਂ, ਹਾਲੇ ਤੱਕ ਪੂਰੀਆਂ ਨਹੀਂ ਆਈਆਂ। ਸਾਰਿਆਂ ਦੇ ਕੇਸ ਚੱਲੀ, ਸਾਰਿਆਂ ਦੇ ਸਟੇ ਲੱਗੇ ਹੋਏ ਆ, ਸਾਰਿਆਂ ਦੇ ਰਿਜ਼ਲਟਾਂ ਵਿੱਚ ਪ੍ਰੋਬਲਮ ਆਈ ਹੋਈ ਆ। ਇਸ ਕਰਕੇ ਇਹ ਲੰਮਾ ਚੱਲੂਗਾ। ਇਸ ਕਰਕੇ ਨੋਟੀਫਿਕੇਸ਼ਨ ਮਿਲ ਜਾਣਾ, ਉਹਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਨੋਟੀਫਿਕੇਸ਼ਨ ਤਾਂ ਉਦੋਂ ਪਹਿਲਾਂ ਵੀ ਕਿਹਾ ਸੀ, ਜੇ ਆਪਾਂ ਧਰਨਾ ਨਾ ਵੀ ਲਾਇਆ ਤਾਂ ਵੀ ਇਹ ਨੋਟੀਫਿਕੇਸ਼ਨ ਤਾਂ ਮਿਲ ਹੀ ਜਾਣਾ ਆ। ਟਾਈਮ ਸਰਕਾਰ ਕੋਲ ਘੱਟ ਆ, ਆਪਣੇ ਕੋਲ ਹੀ ਘੱਟ ਸੀਗਾ। ਉਹ ਧਰਨਾ ਲਾਉਣ ਦਾ ਮਕਸਦ ਇਹ ਸੀ ਵੀ ਜਲਦੀ ਇਹਦੀ ਪੋਸਟਾਂ ਕਢਾ ਕੇ ਜਲਦੀ ਪੇਪਰ ਦਿੱਤਾ ਜਾਵੇ। ਨੋਟੀਫਿਕੇਸ਼ਨ ਵਾਸਤੇ ਧਰਨਾ ਨਹੀਂ ਸੀਗਾ, ਪੇਪਰ ਦੇਣ ਵਾਸਤੇ ਧਰਨਾ ਸੀਗਾ। ਇਸ ਕਰਕੇ ਸਾਰਾ ਉਹ ਆਪਣੇ ਤੁਹਾਡੀ ਯੂਨਿਟੀ, ਕੁਛ ਸਾਡੀਆਂ ਗਲਤੀਆਂ, ਇਸ ਕਰਕੇ ਉਹਦੇ ਕਰਕੇ ਸਾਰਾ ਪ੍ਰੋਬਲਮ ਆਈ ਆ। ਇਸ ਕਰਕੇ ਸਾਰੇ ਭੁਗਤਣ ਲਈ ਵੀ ਤਿਆਰ ਬੈਠੇ ਆ। ਜੇ ਆਪਾਂ ਸਾਥ ਨਹੀਂ ਦਿੱਤਾ, ਆਪਾਂ ਕੰਮ ਨਹੀਂ ਕੀਤਾ, ਆਪਦਾ ਹੱਕ ਨਹੀਂ ਸਮਝਿਆ, ਆਪਾਂ ਆਪਦਾ ਜ਼ਿੰਮੇਵਾਰੀ ਨਹੀਂ ਸਮਝੀ ਬਾਹਰ ਨਿਕਲਣਾ, ਕੋਸ਼ਿਸ਼ ਬਹੁਤ ਕੀਤੀ ਸਾਰੇ ਕਮੇਟੀ ਮੈਂਬਰਾਂ ਨੇ। ਡੇਲੀ ਅਸੀਂ ਵੀ ਵੀਡੀਓ ਪਾਉਂਦੇ ਰਹੇ, ਅਸੀਂ ਸਾਰੇ ਬੱਚੇ ਨੇ ਮਿੰਨਤਾਂ ਵੀ ਕੱਢੀਆਂ, ਧਮਕੀਆਂ ਵੀ ਦਿੱਤੀਆਂ। 1-2 ਵੀਡੀਓ ਤੁਸੀਂ ਸੁਣੀਆਂ ਹੋਈਆਂ, ਉਹਦੇ ਵਿੱਚ ਮੈਂ ਬਾਅਦ ਵਿੱਚ ਮਾਫੀ ਵੀ ਮੰਗੀ ਆ ਵੀ ਧਮਕੀ ਦੇ ਕੇ ਬੱਚਿਆਂ ਨੂੰ ਬਹੁਤ ਸਟੂਡੈਂਟ ਬਹੁਤ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਬੱਚੇ ਜਦੋਂ ਬਿਲਕੁਲ ਜਵਾਬ ਦੇ ਗਏ, ਕਿਉਂ ਜਿਨ੍ਹਾਂ ਵਾਸਤੇ ਲੜਦੇ ਪਏ ਸੀ, ਜੋ ਉਹ ਬਾਹਰ ਨਿਕਲਦੇ ਤੇ ਅਸੀਂ ਕਿਉਂ ਨਿਕਲਣਾ ਸੀਗਾ। ਠੀਕ ਹੈ, ਮੈਂ ਜੌਬ ਨਹੀਂ ਲੈਣੀ ਸੀ, ਮੈਂ ਉਹਦੇ ਬੱਚਿਆਂ ਵਾਸਤੇ ਬਾਹਰ ਨਿਕਲਦੇ। ਪਰ ਜੋ ਬੱਚੇ ਹੁਣ ਪੂਰਾ ਅਸੀਂ ਕੋਸ਼ਿਸ਼ ਕਰਦੇ ਰਹੇ। ਹੁਣ 2-3 ਜ਼ਿਲ੍ਹਿਆਂ ਦੇ ਸਿਰਫ 2-3 ਜ਼ਿਲ੍ਹਿਆਂ ਦੇ ਬੱਚੇ ਉੱਥੇ ਪਹੁੰਚਦੇ ਸੀ। ਲੋੜ ਪੂਰੇ ਪੰਜਾਬ ਦੇ ਹਰੇਕ ਬੱਚੇ ਨੂੰ ਲੋੜ ਆ ਜੌਬ ਦੀ, ਪਰ ਨਿਕਲਦੇ ਘੱਟ ਸੀਗੇ। ਇਸ ਕਰਕੇ ਹੁਣ ਸਾਰੇ ਪੰਜਾਬ ਦੇ ਸਟੈਨੋਗ੍ਰਾਫਰ ਪੰਜਾਬੀ ਵਾਲੇ ਹੁਣ ਭੁਗਤਣ ਲਈ ਤਿਆਰ ਰਹੋ। ਭੁਗਤਣਾ ਕੀ ਹੈਗਾ, ਤੁਹਾਨੂੰ ਹੁਣ ਤੁਹਾਡੀ ਤਿਆਰੀ ਤੁਸੀਂ ਸਟਾਰਟ ਕੀਤੀ ਹੋਈ ਹੈ, ਕਲਰਕ ਦੀ ਪੋਸਟ ਆਈਆਂ ਹੋਈਆਂ, ਤਿਆਰੀ ਕਰਦੇ ਪਏ ਹੋ। ਉਹ ਤਾਂ ਤੁਹਾਡੀ ਇੱਕ ਆਪਸ਼ਨਲ ਰਹਿ ਗਿਆ, ਜੇ ਮਿਲ ਗਈ ਤਾਂ ਠੀਕ ਆ, ਨਹੀਂ ਤਾਂ ਸਟੈਨੋ ਆ ਗਈ ਠੀਕ ਹੈ, ਨਹੀਂ ਤਾਂ ਕਲਰਕ ਦੇ ਪੰਗੇ ਲਈ ਜਾਂਦੇ ਆ। ਇਹ ਤਾਂ ਕੁਛ ਨਾ ਕੁਛ ਬਣ ਹੀ ਜਾਊਗਾ। ਬਟ ਠੀਕ ਹੈ ਜੀ, ਬਾਕੀ ਹੋਰ ਗੱਲਬਾਤ ਹੁੰਦੀ ਆ, ਕਮੈਂਟ ਕਰ ਦਿੰਦੇ ਆ, ਫਿਰ ਗੱਲ ਕਰਦੇ ਆ। ਠੀਕ ਹੈ, ਥੈਂਕ ਯੂ।